हाँ जी राजे, अपना चैप्टर चल रहा है एनालिसिस ऑफ टाइम सीरीज़। ठीक है, ਇਹਦੀ ਥਿਊਰੀ ਆਪਾਂ ਆਲਮੋਸਟ ਸਾਰੀ ਕਰ ਲਈ ਹੈ। ਠੀਕ ਹੈ, ਹੁਣ ਪ੍ਰੈਕਟੀਕਲ ਸਟਾਰਟ ਕਰਦੇ ਇਹਦਾ ਮੈਜ਼ਰਮੈਂਟ ਆਫ ਟ੍ਰੈਂਡ। ਇਹਦੇ ਵਿੱਚ ਕੀ ਹੈ ਰਾਜੇ, 4 ਮੈਥਡ ਹੈ ਬੇਸਿਕਲੀ। ਠੀਕ ਹੈ, ਗ੍ਰਾਫਿਕ ਮੈਥਡ, ਸੈਮੀ ਐਵਰੇਜ, ਮੂਵਿੰਗ ਐਵਰੇਜ ਐਂਡ ਲੀਸਟ ਸਕੁਏਅਰ। ਠੀਕ ਹੈ, ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਅੱਜ ਵਾਲੇ ਲੈਕਚਰ ਵਿੱਚ ਐਟਲੀਸਟ ਪਹਿਲੇ 3 ਕਵਰ ਹੋ ਜਾਣ। ਠੀਕ ਹੈ, ਸੋ ਗ੍ਰਾਫਿਕ ਮੈਥਡ ਦੇਖੋ ਰਾਜੇ, ਇਹਨੂੰ ਕਿਹਾ ਜਾਂਦਾ ਹੈ ਫਰੀ ਹੈਂਡ ਕਰਵ ਮੈਥਡ ਫਿਟਿੰਗ, ਫਰੀ ਹੈਂਡ ਕਰਵ ਫਿਟਿੰਗ ਮੈਥਡ ਵੀ ਕਿਹਾ ਜਾਂਦਾ। ਠੀਕ ਹੈ, ਇਹ ਸਭ ਤੋਂ ਸਿੰਪਲ ਮੈਥਡ ਹੈ। ਠੀਕ ਹੈ, ਇਹਨਾਂ ਚਾਰਾਂ 'ਚੋਂ ਸਭ ਤੋਂ ਸਿੰਪਲ ਮੈਥਡ ਹੈ ਅਤੇ ਸਭ ਤੋਂ ਜ਼ਿਆਦਾ ਫਲੈਕਸੀਬਲ ਵੀ ਇਹੀ ਹੈ। ਠੀਕ ਹੈ, ਇਹਦੇ ਵਿੱਚ ਤੁਸੀਂ ਕੁਛ ਨਹੀਂ ਕਰਨਾ, ਬਸ ਜਿਹੜਾ ਡਾਟਾ ਹੈ ਉਹਨੂੰ ਹਿਸਟੋਗ੍ਰਾਮ ਗ੍ਰਾਫ 'ਤੇ ਪਲਾਟ ਕਰਕੇ, ਠੀਕ ਹੈ, ਜਿਹੜੀਆਂ ਲਾਈਨਸ ਨੇ ਹੈ ਨਾ, ਸੌਰੀ ਡਾਟਸ ਆ ਜਾਣਗੀਆਂ ਪਲਾਟ ਕਰਕੇ, ਹੈ ਨਾ, ਉਹਨਾਂ ਨੂੰ ਕੰਬਾਈਨ ਕਰਕੇ ਇੱਕ ਲਾਈਨ ਸ਼ੋ ਕਰ ਦੇਣੀ ਹੈ, ਲਾਈਨ ਬਣਾ ਦੇਣੀ ਹੈ। ਠੀਕ ਹੈ, ਉਹਨਾਂ ਨੂੰ ਕੰਬਾਈਨ ਕਰਕੇ ਨੋਰਮਲੀ ਜਿਵੇਂ ਗ੍ਰਾਫ ਬਣਦਾ ਹੈ ਨਾ, ਸੇਮ ਵੇ ਨਾਲ ਬਣੂਗਾ ਇਹ। ਦੈਨ ਦੇਖੋ ਰਾਜੇ, ਇਹਦਾ ਆਪਾਂ ਪਹਿਲਾਂ ਸਮ ਹੀ ਕਰ ਲਈਏ ਕਿ ਪਹਿਲਾਂ ਥਿਊਰੀ ਕਰ ਲਈਏ? ਪਹਿਲਾਂ ਸਮ ਕਰ ਲੈਂਦੇ ਹਾਂ। ਠੀਕ ਹੈ, ਦੇਖੋ ਜਿਵੇਂ ਆਹ ਤੁਹਾਨੂੰ ਗ੍ਰਾਫ ਦਿਖ ਰਿਹਾ ਨਾ 243 ਪੇਜ 'ਤੇ। ਠੀਕ ਹੈ, ਇਹਨਾਂ ਨੇ ਕੀ ਕੀਤਾ ਹੋਇਆ ਰਾਜੇ, ਦੇਖੋ ਜਿਹੜੇ ਪੁਆਇੰਟਸ ਨੇ, ਠੀਕ ਹੈ, ਉਹਨਾਂ ਨੂੰ ਮਿਲਾਇਆ ਹੋਇਆ। ਠੀਕ ਹੈ, ਜਿਵੇਂ 2004 ਵਿੱਚ। ਠੀਕ ਹੈ, ਇਹ ਤਾਂ ਤੁਹਾਨੂੰ ਕਲੀਅਰ ਹੈ ਨਾ ਹੁਣ ਕਿ ਐਕਸ ਐਕਸਿਸ 'ਤੇ ਆਪਾਂ ਟਾਈਮ ਲੈਂਦੇ ਹਾਂ ਅਤੇ ਵਾਈ ਐਕਸਿਸ 'ਤੇ ਕੀ ਲੈਂਦੇ ਹਾਂ, ਜਿਹੜੀਆਂ ਦੂਜੀਆਂ ਫਿਗਰਸ ਹੁੰਦੀਆਂ। ਠੀਕ ਹੈ, ਹੁਣ ਇਹਨਾਂ ਨੇ ਦੱਸਿਆ ਨਹੀਂ ਇਹਨਾਂ ਨੇ ਕੀ ਲਿੱਤਾ ਹੋਇਆ। ਹਾਂ, ਪ੍ਰੋਡਕਸ਼ਨ ਲਿੱਤੀ ਹੋਈ ਹੈ। ਠੀਕ ਹੈ, ਤਾਂ ਸਮ ਇੱਧਰ ਹੈ, ਆਹ ਵਾਲਾ ਜਿਹੜੀ ਐਗਜ਼ਾਮਪਲ 1 ਹੈ ਨਾ, ਦੇਖੋ ਇਹਦੇ ਵਿੱਚ ਈਅਰ ਐਂਡ ਪ੍ਰੋਡਕਸ਼ਨ ਇਨ ਟਨਸ। ਠੀਕ ਹੈ, ਇਹ ਵਾਲੀ ਲਿੱਤੀ ਹੋਈ ਹੈ ਕਿ 2004 ਵਿੱਚ 40 ਦੀ ਪ੍ਰੋਡਕਸ਼ਨ ਸੀਗੀ। ਠੀਕ ਹੈ, 2005 ਵਿੱਚ 44 ਦੀ, 6 'ਚ 48 ਦੀ, 7 'ਚ 42 ਦੀ, ਇੱਦਾਂ ਕਰਕੇ ਪ੍ਰੋਡਕਸ਼ਨ ਦੱਸੀ ਹੋਈ ਹੈ ਇਹਨਾਂ ਨੇ। ਠੀਕ ਹੈ, ਇਹ ਕੁਐਸਚਨ ਹੈ। ਠੀਕ ਹੈ, ਇਹਦੀ ਗ੍ਰਾਫਿਕਲ ਰਿਪ੍ਰਜੈਂਟੇਸ਼ਨ ਹੈ। ਦੇਖੋ ਕੁਛ ਨਹੀਂ ਕੀਤਾ ਹੋਇਆ, ਬਸ ਜਿਹੜੀਆਂ ਵੈਲਿਊਜ਼ ਨੇ ਕੁਐਸਚਨ 'ਚ ਉਹਨੂੰ ਗ੍ਰਾਫ 'ਤੇ ਪਲਾਟ ਕੀਤਾ। ਠੀਕ ਹੈ, ਗ੍ਰਾਫ 'ਤੇ ਪਲਾਟ ਕਰਨ ਤੋਂ ਬਾਅਦ ਦੇਖੋ 2004 'ਚ ਕਿੰਨਾ ਪੁਆਇੰਟ ਹੈ 40, 2005 'ਚ ਕਿੰਨਾ 44, 2006 'ਚ ਕਿੰਨਾ 48, 7 'ਚ 42, ਹੈ ਨਾ, ਉਵੇਂ ਪੁਆਇੰਟਸ ਲਗਾ ਕੇ ਬਸ ਗ੍ਰਾਫ ਉਹਨਾਂ ਨੂੰ ਜੁਆਇਨ ਕਰਤਾ। ਠੀਕ ਹੈ, ਇੱਕ ਲਾਈਨ ਨਾਲ, ਹੈ ਨਾ, ਇਹੀ ਕੀਤਾ ਨਾ। ਹੁਣ ਇਹ ਜਿਹੜਾ ਲਾਈਨਸ ਉੱਪਰ ਨੀਚੇ ਜਾ ਰਹੀਆਂ, ਠੀਕ ਹੈ, ਇਹ ਕਿਹੜੀ ਹੈ, ਜਿਹੜੀ ਪ੍ਰੋਡਕਸ਼ਨ ਹੈ ਟਨਸ ਵਿੱਚ। ਹੁਣ ਇਹਦੇ ਵਿੱਚ ਰਾਜੇ ਜਿਹੜਾ ਫਰੀ ਹੈਂਡ ਮੈਥਡ ਹੈ ਨਾ, ਇਹਦੇ ਵਿੱਚ ਉਹਨਾਂ ਨੇ ਕੀ ਕੀਤਾ, ਜਿਹੜੀ ਦੇਖੋ ਲਾਸਟ ਵੈਲਿਊ ਹੈ 50 ਵਾਲੀ, ਠੀਕ ਹੈ, ਉਹਨੂੰ ਕੰਬਾਈਨ ਕੀਤਾ ਹੈ ਸੈਕਿੰਡ ਵੈਲਿਊ ਨਾਲ 44 ਨਾਲ। ਠੀਕ ਹੈ, ਐਵਰੇਜ ਕੱਢੀ ਹੋਈ ਹੈ ਵੈਸੇ ਤਾਂ ਇਹਨਾਂ ਨੇ, ਅਤੇ ਇਹਨੂੰ ਨਾਲ ਕੰਬਾਈਨ ਕਰਤਾ ਵੀ ਹਾਂ ਇੱਕ ਟਰੈਂਡ ਲਾਈਨ ਸੈੱਟ ਕਰਨ ਲਈ ਵੀ ਹਾਂ ਇੱਥੇ ਜੇ ਰਹਿ ਰਹੇ ਆ ਸਾਰੀਆਂ ਫਿਗਰਸ। ਪ੍ਰੋਡਕਸ਼ਨ ਦੀ ਈ ਕਿਹਦੇ ਵਿੱਚ ਲਾਏ ਕਰਦੀ ਹੈ 40 ਤੋਂ ਲੈ ਕੇ 50 ਦੇ ਵਿੱਚ। ਸੋ ਇਹ ਜਿਹੜੇ ਪੁਆਇੰਟਸ ਨੂੰ ਇਹਨਾਂ ਨੇ ਮੈਚ ਕਰਕੇ ਆ ਦੇਖੋ ਟਰਾਇੰਗਲਸ ਬਣਾਏ ਹੋਏ ਆ, ਹੈ ਨਾ, ਟਰਾਇੰਗਲਸ ਹੀ ਹੈ ਇਹ ਜਿਹੜੇ ਬਣਾਏ ਹੋਏ ਆ। ਕੀ ਹੈ, ਫਰੀ ਹੈਂਡ ਮੈਥਡ ਹੈ। ਠੀਕ ਹੈ, ਇਹਨਾਂ ਨੂੰ ਬਸ ਜੁਆਇਨ ਕੀਤਾ ਹੋਇਆ। ਠੀਕ ਹੈ, ਤਾਂ ਨੋਰਮਲ ਹੈ, ਇਹ ਤੁਹਾਨੂੰ ਕੁਐਸਚਨ ਪੇਪਰ 'ਚ ਕਦੇ ਵੀ ਨਹੀਂ ਆਊਗਾ। ਠੀਕ ਹੈ, ਕਿਉਂਕਿ ਇੰਨਾ ਈਜ਼ੀ ਹੈ ਇਹ, ਇਹਨੂੰ ਦੇਖ ਕੇ ਜ਼ਿਆਦਾ ਕੁਛ ਨਹੀਂ ਹੋਣਾ। ਨਾ ਹੁਣ ਦੇਖੋ ਥਿਊਰੀ। ਠੀਕ ਹੈ, ਹੁਣ ਤੁਹਾਨੂੰ ਜ਼ਿਆਦਾ ਬੈਟਰ ਪਤਾ ਲੱਗੂਗੀ ਇਹਦੀ ਥਿਊਰੀ। ਥਿਊਰੀ ਵਿੱਚ ਕੀ ਕਹਿੰਦੀ ਹੈ ਕਿ ਪਿੱਛੋਂ ਕਰ ਲਈਏ ਕਿ ਇਟ ਇਜ਼ ਦ ਸਿੰਪਲੈਸਟ ਐਂਡ ਮੋਸਟ ਫਲੈਕਸੀਬਲ ਮੈਥਡ। ਠੀਕ ਹੈ, it consists of first obtaining a histogram by plotting time series on graph paper। ठीक है, उस तो बाद ड्रॉ करना एक free hand curve। ठीक है, which directly show the long term tendency of data। ठीक है, की कह रहे हैं ਇਹਦੇ ਵਿੱਚ ਕੀ ਹੈ, ਸਿੰਪਲ ਮੈਥਡ ਹੈ, ਫਲੈਕਸੀਬਲ ਮੈਥਡ ਹੈ। ਠੀਕ ਹੈ, ਇਹਨੂੰ
ਪ੍ਰੈਕਟਿਸ 'ਚ ਕਿਵੇਂ ਲਿਆਇਆ ਜਾਂਦਾ, ਗ੍ਰਾਫ ਪੇਪਰ 'ਤੇ ਡਾਟਾ ਪਲਾਟ ਕਰਕੇ ਅਤੇ ਫਰੀ ਹੈਂਡ ਕਰਵ ਬਣਾ ਕੇ, ਠੀਕ ਹੈ। ਅਤੇ ਜਿਹੜਾ ਕਰਵ ਹੁੰਦਾ ਉਹਦੇ ਵਿੱਚ ਕੀ ਹੈ, ਉਹ ਆਪਾਂ ਨੂੰ ਲੌਂਗ ਟਰਮ ਟੈਂਡੈਂਸੀ ਦੱਸਦਾ ਕਿ ਕੀ ਚੱਲ ਰਹੀ ਹੈ ਡਾਟਾ 'ਚ, ਠੀਕ ਹੈ। then the smoothness of curve remove other components, that is seasonal, cyclical, irregular variation. The procedure of getting a straight line trend by this method is given below, ठीक है। ਹੁਣ ਕੀ ਕਹਿੰਦੇ ਆ ਵੀ ਗ੍ਰਾਫ ਤਾਂ ਆਪਾਂ ਪਲਾਟ ਕਰ ਲਿਆ ਇਹ ਵਾਲਾ, ਠੀਕ ਹੈ, ਜਿਹੜਾ ਉੱਪਰ ਨੀਚੇ ਜਾ ਰਿਹਾ 40 ਦੀਆਂ ਵੈਲਿਊਜ਼ 44 ਨਾਲ ਮੈਚ ਕਰ ਲਈਆਂ, 44 ਦੀ 48 ਨਾਲ, 48 ਦੀ 42 ਨਾਲ, ਹੈ ਨਾ, ਇਹ ਤਾਂ ਮੈਚ ਕਰ ਲਈਆਂ। ਪਰ ਹੁਣ ਜਿਹੜੀ ਸਿੰਗਲ ਲਾਈਨ ਇਹਨਾਂ ਨੇ ਅਟੈਚ ਕੀਤੀ ਹੋਈ ਹੈ 50 to 44, ਠੀਕ ਹੈ, ਇਹ ਕੀ ਹੈ, ਇੱਕ ਤਰ੍ਹਾਂ ਦੀ ਟਰੈਂਡ ਲਾਈਨ ਹੈ, ਠੀਕ ਹੈ। ਇਹ ਟਰੈਂਡ ਲਾਈਨ ਇਹਨਾਂ ਨੇ ਕਿਵੇਂ ਡਿਸਾਈਡ ਕੀਤੀ ਹੈ ਉਹਦੇ ਬਾਰੇ ਦੱਸਣਗੇ ਹੁਣ, ਠੀਕ ਹੈ। ਸੋ ਦੇਖੋ 3 ਪੁਆਇੰਟਸ ਹੈ, ਠੀਕ ਹੈ। ਪਹਿਲਾ ਕੀ ਹੈ, ਪਲਾਟ ਕਰਨਾ ਗ੍ਰਾਫ 'ਤੇ ਟਾਈਮ ਸੀਰੀਜ਼ ਡਾਟਾ, ਜਿਵੇਂ ਗਿਵਨ ਹੈ ਆਪਣੇ ਕੋਲ ਕੁਐਸਚਨ ਵਿੱਚ, ਠੀਕ ਹੈ। ਕੀ ਹੈ, ਈਅਰ ਐਂਡ ਪ੍ਰੋਡਕਸ਼ਨ ਇਨ ਟਰਨਸ, ਠੀਕ ਹੈ, ਉਹਨੂੰ ਪਲਾਟ ਕਰ ਲਿਆ ਗ੍ਰਾਫ 'ਤੇ। ਦੈਨ ਉਸ ਤੋਂ ਬਾਅਦ ਕੀ ਕਰਨਾ ਹੈ ਕਿ ਜਿਹੜਾ ਪਲਾਟਡ ਇਨਫੋਰਮੇਸ਼ਨ ਹੈ ਉਹਨੂੰ ਇਹ ਦੇਖਣਾ ਵੀ ਉਹ ਕਿਹੜੀ ਡਾਇਰੈਕਸ਼ਨ 'ਚ ਜਾ ਰਹੀ ਹੈ ਟਰੈਂਡ, ਠੀਕ ਹੈ, ਕਿਹੜੀ ਡਾਇਰੈਕਸ਼ਨ 'ਚ ਜਾ ਰਿਹਾ। ਹੁਣ ਇਹ ਕਿਵੇਂ ਪਤਾ ਲੱਗੂਗਾ, ਦੇਖੋ ਆਹ ਡਾਇਗਰਾਮ ਦੇਖੋ, ਹੁਣ ਦੇਖੋ ਜਿਹੜਾ ਡਾਟਾ ਹੈ ਉਹ ਕਿਹੜੀ ਡਾਇਰੈਕਸ਼ਨ 'ਚ ਜਾ ਰਿਹਾ, ਇਨਕਰੀਜ਼ਿੰਗ 'ਚ ਕਿ ਡਿਕਰੀਜ਼ਿੰਗ 'ਚ। 40 ਤੋਂ 44 ਗਿਆ, 44 ਤੋਂ ਵੱਧ ਕੇ 48 ਗਿਆ, ਦੈਨ 48 ਤੋਂ ਥੱਲੇ ਡਿੱਗ ਗਿਆ 42 'ਚ, ਦੈਨ ਫਿਰ ਇਨਕਰੀਜ਼ ਹੋ ਗਿਆ 50 ਤੱਕ, ਫਿਰ ਡਿਕਰੀਜ਼ ਹੋ ਗਿਆ 46 'ਤੇ, ਫਿਰ ਇਨਕਰੀਜ਼ ਹੋ ਗਿਆ 50 'ਤੇ, ਫਿਰ ਇਨਕਰੀਜ਼ ਆ ਗਿਆ ਡਿਕਰੀਜ਼ ਆ ਗਿਆ 50 'ਤੇ, ਹੈ ਨਾ। ਸੋ ਮਤਲਬ ਵੱਧ ਵੀ ਰਿਹਾ ਅਤੇ ਘੱਟ ਵੀ ਰਿਹਾ, ਹੈ ਨਾ, ਪਰ ਜ਼ਿਆਦਾ ਚੇਂਜਸ ਕਿਹਦੇ 'ਚ ਆ ਰਹੇ ਨੇ, ਇਨਕਰੀਜ਼ 'ਚ ਹੀ ਆ ਰਹੇ ਨੇ, ਕਿ ਇਨਕਰੀਜ਼ ਜ਼ਿਆਦਾ ਹੋ ਰਿਹਾ, ਹੈ ਨਾ। ਦੇਖੋ 40 ਤੋਂ ਚੱਲਿਆ ਸੀ, ਕਿੱਥੇ ਆ ਗਿਆ 50 'ਤੇ ਆ ਗਿਆ, ਹੈ ਨਾ। ਸੋ ਆਪਾਂ ਕਹਿ ਸਕਦੇ ਹਾਂ ਕਿ ਇਨਕਰੀਜ਼ ਜ਼ਿਆਦਾ ਡਿਕਰੀਜ਼ ਨਾਲੋਂ। ਸੋ ਇਹਦੇ ਵਿੱਚ ਜਿਹੜੀ ਹੁਣ ਟਰੈਂਡ ਲਾਈਨ ਹੈ, ਠੀਕ ਹੈ, ਉਹ ਕਿਹਦੇ ਬੇਸ 'ਤੇ ਹੋਏਗੀ, ਅਕੋਰਡਿੰਗ ਟੂ ਦ ਬੈਸਟ ਪਰਸਨਲ ਜਜਮੈਂਟ, ਠੀਕ ਹੈ, ਕਿਹਦੇ ਬੇਸ 'ਤੇ, ਪਰਸਨਲ ਜਜਮੈਂਟ 'ਤੇ। ਡਰਾ ਅ ਸਟ੍ਰੇਟ ਲਾਈਨ ਵਿਚ ਵਿਲ ਬੈਸਟ ਫਿਟ ਦ ਡਾਟਾ, ਕਹਿੰਦੇ ਇੱਕ ਸਟ੍ਰੇਟ ਲਾਈਨ ਡਰਾ ਕਰੋ ਜਿਹੜੀ ਉਸ ਡਾਟਾ 'ਚ ਫਿੱਟ ਕਰੇਗੀ, ਬੈਸਟ ਫਿੱਟ ਕਰੇਗੀ। ਦਿਸ ਲਾਈਨ ਵਿਲ ਸ਼ੋ ਦ ਡਾਇਰੈਕਸ਼ਨ ਆਫ ਦ ਟਰੈਂਡ, ਕਹਿੰਦੇ ਇਹ ਜਿਹੜੀ ਲਾਈਨ ਤੁਸੀਂ ਡਰਾ ਕਰੋਗੇ ਔਨ ਦ ਬੇਸਿਸ ਆਫ ਯੂਅਰ ਪਰਸਨਲ ਜਜਮੈਂਟ, ਠੀਕ ਹੈ, ਪਰਸਨਲ ਜਜਮੈਂਟ ਦੇ ਬੇਸ 'ਤੇ ਜਿਹੜੀ ਲਾਈਨ ਡਰਾ ਕਰੋਗੇ ਉਹ ਕੀ ਸ਼ੋ ਕਰੇਗੀ, ਡਾਇਰੈਕਸ਼ਨ ਆਫ ਟਰੈਂਡ। ਡਾਇਰੈਕਸ਼ਨ ਆਫ ਟਰੈਂਡ ਮਤਲਬ ਕਿ ਟਰੈਂਡ ਇਨਕਰੀਜ਼ ਹੋ ਰਿਹਾ ਕਿ ਡਿਕਰੀਜ਼ ਹੋ ਰਿਹਾ, ਕਿਹਦਾ, ਪ੍ਰੋਡਕਸ਼ਨ ਦਾ, ਠੀਕ ਹੈ। ਹੁਣ ਦੇਖੋ ਇਹਦੇ ਵਿੱਚ ਆਪਾਂ ਇਹ ਦੇਖਿਆ ਸੀ ਨਾ ਕਿ ਮੋਸਟਲੀ ਡਾਟਾ ਇਨਕਰੀਜ਼ ਹੋ ਰਿਹਾ, ਹੈ ਨਾ। ਸੋ ਆਪਾਂ ਕੀ ਕੀਤਾ ਕਿ ਇਹਨਾਂ ਨੇ ਇੱਥੇ ਕੀ ਕੀਤਾ 44 ਅਤੇ 50 ਦੇ ਵਿੱਚ ਸਟ੍ਰੇਟ ਲਾਈਨ ਡਰਾ ਕਰਤੀ। ਸੋ ਜਿਹੜੀ ਲਾਈਨ ਹੈ ਇਹ ਕੀ ਸ਼ੋ ਕਰ ਰਹੀ ਹੈ ਕਿ ਪ੍ਰੋਡਕਸ਼ਨ ਹੌਲੀ ਹੌਲੀ ਓਵਰ ਦਾ ਟਾਈਮ ਇਨਕਰੀਜ਼ ਹੋ ਰਹੀ ਹੈ ਨਾ। ਜੇ ਆਪਾਂ ਵੈਸੇ ਡਾਟਾ ਦੇਖੀਏ ਕੁਐਸਚਨ ਵਾਲਾ ਜਿਹੜਾ ਗਿਵਨ ਹੈ ਉਹ ਵੀ ਇਹੀ ਦਿਖਾਉਂਦਾ ਨਾ, 40 ਤੋਂ ਚੱਲਿਆ ਸੀਗਾ 44 ਹੋ ਗਿਆ, ਦੈਨ 48 ਹੋ ਗਿਆ, ਠੀਕ ਹੈ, 42 ਹੋ ਗਿਆ, 46, ਫਿਰ 50 'ਤੇ ਪਹੁੰਚ ਗਿਆ, ਫਿਰ ਥੋੜ੍ਹਾ ਜਿਹਾ ਡਿਕਰੀਜ਼ ਹੋ ਗਿਆ 46, ਫਿਰ 52 'ਤੇ ਆ ਗਿਆ ਨਾ। ਸੋ ਇਹਦੇ 'ਚ ਵੀ ਇਹੀ ਦਿਖਾ ਰਿਹਾ ਨਾ ਕਿ ਜ਼ਿਆਦਾਤਰ ਇਨਕਰੀਜ਼ ਹੋ ਰਿਹਾ, ਠੀਕ ਹੈ, ਪ੍ਰੋਡਕਸ਼ਨ, ਠੀਕ ਹੈ, ਬਣਾਉਣਾ ਆ ਗਿਆ। ਚਲੋ ਇਹਦੀਆਂ ਬੇਸਿਕ ਰਿਕੁਆਇਰਮੈਂਟਸ ਤਾਂ ਕੀ ਲੋੜ ਹੈ ਕਰਨ ਦੀ, ਇਹ ਐਗਜ਼ਾਮ ਪੁਆਇੰਟ ਆਫ ਵਿਊ ਤਾਂ ਇੰਨਾ ਜ਼ਰੂਰੀ ਨਹੀਂ ਹੈ, ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ ਤਾਂ ਕਿ ਤੁਹਾਨੂੰ ਥੋੜ੍ਹਾ ਆਈਡੀਆ ਹੋਵੇ। ਮੋਰਓਵਰ ਇਹਦੇ ਜਿਹੜੇ ਇਹ ਇਟ ਐਕਟ ਐਜ਼ ਅ ਬੇਸ ਅਦਰ ਡਾਇਗਰਾਮਸ ਲਈ, ਠੀਕ ਹੈ, ਜਾਂ ਫਿਰ ਅਦਰ ਫਾਰਮੂਲਾਜ਼ ਲਈ। ਮੈਰਿਟਸ ਡੀਮੈਰਿਟਸ ਕਰ ਲੈਂਦੇ ਹਾਂ ਇਹਦੀਆਂ, ਠੀਕ ਹੈ। ਮੈਰਿਟਸ ਕੀ ਨੇ, ਸਿੰਪਲ ਹੈ, ਟਾਈਮ ਸੇਵਿੰਗ ਹੈ, ਕੋਈ ਮੈਥਮੈਟੀਕਲ ਕੈਲਕੂਲੇਸ਼ਨ ਨਹੀਂ ਕਰਨੀ ਪੈਂਦੀ, ਠੀਕ ਹੈ, ਫਲੈਕਸੀਬਲ ਮੈਥਡ ਹੈ,
एक्सप्लेन कर सकता सारे ट्रेंड नू, ठीक है। कोई भी इनू यूज़ कर सकता, ठीक है, जिहदे कोल बेसिक नॉलेज है स्टैट्स की या मैथ्स की, है ना। दैन डीमैरिट्स देखो राजे, ये हाईली सबजैक्टिव इन नेचर है, ठीक है, क्योंकि जी ट्रेंड लाइन शो करनी है स्ट्रेट ट्रेंड लाइन, वो पर्सनल जजमेंट ते है। हुण किसी की कोई जजमेंट होएगी, किसी की कोई जजमेंट होएगी, ठीक है। सो ये की है, डिपेंड करता है पर्सनल बायसनेस ते, ठीक है। कोई डिक्रीजिंग भी शो करता है, कोई इंक्रीजिंग भी शो कर सकता है इस ट्रेंड में, ठीक है। देखो नैक्सट की डिसएडवांटेज है कि ये ट्रेंड मेजर करन च हैल्प नहीं करता, ठीक है। तेनों आपां प्रोडिक्शन करन लई या फ्यूचर फोरकास्ट करन लई यूज़ नहीं कर सकते, ठीक है। तो इसी के मैरिट्स डीमैरिट्स। हुण आपां करदे हां मैथड ऑफ सैमी एवरेज, ठीक है। सैमी एवरेज च की है राजे कि जेड़ा ये फार्मूला है ना, ये डिवाइड करदा ओरिजिनल डाटा नू 2 इक्वल पार्ट्स विच, ठीक है। 2 इक्वल पार्ट्स विच डिवाइड करता है। फिर जेह्ड़े 2 इक्वल पार्ट्स ने उन्हां दा आपस विच सम कर लैंदा, उन्हां नू ऐड कर लैंदा, ठीक है। उन्हां दा सम करके दैन उन्हां दा एवरेज कड्ढ लैंदा। तो जिहड़ी एवरेज आंदी है राजे, वो दोनों जिहड़े इक्वल पार्ट्स ने उहदा की हुंदी है, सेंटर हुंदी है। कोई ना, जो नहीं पता लगा अगे आप करते फिर तुहानूं ज़्यादा क्लैरिटी हो जूगी, ठीक है। हुण देखो जिवें इन्होंने 2 केस दिते हुए ने, एक ऑड नंबर सीरीज़, एक ईवन नंबर सीरीज़। हुण जिवें आप पहला ईवन नंबर करदे फिर ऑड करांगे। ईवन नंबर देखो, हाँ ईवन नंबर विच की है कि डाटा गिवन है अपने कोल, ठीक है। डाटा किन्ने ईयर्स दा या किन्ने मंथ्स दा गिवन है जिहड़े ईवन है, ठीक है। जिवें 2 4 6 8 10 पता ना ईवन नंबर दा, है ना, ठीक है। इदा डाटा है। तो ये क्वेश्चन देखो लास्ट से तुहानूं शो हो रहा है, ठीक है। एग्जाम्पल है, ये बेस ते आपां की करना है, अप्लाई करना है मैथड आपां सैमी एवरेज का, ठीक है। काहदे लई, ट्रेंड डिटरमाइन करन लई, ठीक है। सो ये एस्टीमेशन की है ईयर्स सॉरी डाटा किहदे च गिवन है, ईयर दे बेस ते, ठीक है, कि 1 साल च किन्ना प्रोडक्शन हुई है, किन्ना प्रोड्यूस होया। सो अपने कोल किन्ने ईयर्स हैं देखो, 11 तो लैके 16 तक, मतलब 6 साल ने। 6 किहड़ी फिगर हुंदी है, ईवन फिगर हुंदी है, ठीक है। हुण जिहड़े 6 सालां दी आपां सैमी एवरेज कड्ढनी है, तां इन्हां नूं पहिलां 2 इक्वल पार्ट्स च डिवाइड कर लांगे। वो 2 इक्वल पार्ट्स किहड़े होणगे, पहले 3 साल अलग, पिछले 3 साल अलग, ठीक है। मतलब आपां की करांगे 11 12 13 दी एडिशन कर दांगे ते 14 15 16 की एडिशन कर देंगे, ठीक है। उन्होंने की जी एडिशन करांगे वह बाद चों एवरेज कढ़ लाँगे। हुण एडिशन करनी किन्ना दी है, ईयर की नहीं करनी हैगी, प्रोडक्शन की करनी है, ठीक है। जिवें आपां फ्रीकुएंसी नूं ऐड करदे सी सेम वे नाल, ठीक है। देखो इत्थे देखो हुण नंबर ऑफ ईयर्स किन्ने अपने कोल 6 है, ठीक है। इत्ते आपां फार्मूला किहड़ा लगाना है, सैमी एवरेज का। सैमी एवरेज आपां नूं की कहंदा कि पहला जिहड़ा डाटा है उन्होंने तुसी 2 इक्वल पार्ट्स च डिवाइड कर लो, ठीक है। अपने कोल किन्ने साल हैं, 6 साल हैं। 2 इक्वल पार्ट्स च डिवाइड करांगे तां किन्ने साल आ जाणगे, एक एक पार्ट च किन्ने साल आएंगे, 3 साल, ठीक है। पहले 3 साल एक पार्ट च कर लाँगे, दूजे 3 साल एक पार्ट च कर लाँगे। हुण पहले 3 साल की प्रोडक्शन नूं ऐड करांगे तां अपने कोल की आ जाएगा 10 + 12 + 11 33, ठीक है। पिछले 3 साल की प्रोडक्शन नूं ऐड करांगे तो की आ जाएगा 15 + 14 + 16 कितना 45 45 45, चलो जिन्ना भी होंदा 45, ठीक है। हुण ऐड कर लिया इन्हां नूं, ठीक है। हुण इहदी की कड्ढ देनी है, एवरेज। एवरेज किवें कड्ढांगे, जिन्नियां टर्म्स ऐड होईयां ने उहदे नंबर उन्ने नंबर नाल डिवाइड कर देना, ठीक है। 3 साल दियां प्रोडक्शन नूं ऐड कीता ते इहदा जिहड़ा टोटल आया किन्ने नाल डिवाइड कर दांगे, 3 नाल, ठीक है। 33 डिवाइडेड बाय 3 11, 45 डिवाइडेड बाय 3 15, ठीक है। नॉर्मल एवरेज आ गई, है ना।
ਹੁਣ ਇਹ ਜਿਹੜੀ ਐਵਰੇਜ ਆ ਗਈ ਆਪਣੀ ਕੀ ਆ ਗਈ, ਸੈਮੀ ਐਵਰੇਜ ਆ ਗਈ। ਠੀਕ ਹੈ, 3 ਈਅਰਲੀ ਸੈਮੀ ਐਵਰੇਜ, ਇਹਨੂੰ ਤੁਸੀਂ ਲਿਖਣਾ ਕਿਵੇਂ ਆ, 3 ਈਅਰਲੀ ਸੈਮੀ ਐਵਰੇਜ। ਹੁਣ ਰਾਜੇ ਜੇ ਤੁਸੀਂ ਇਸ ਨੂੰ ਗ੍ਰਾਫ 'ਚ ਪਲਾਟ ਕਰਨਾ, ਠੀਕ ਹੈ, ਤਾਂ ਉਹ ਕਿਵੇਂ ਪਲਾਟ ਕਰੋਗੇ, ਜਿਵੇਂ ਹੁਣ ਜਿਹੜੀ 11 ਹੈ, ਠੀਕ ਹੈ, ਉਹ ਐਵਰੇਜ ਕਿਹੜੇ ਕਿਹੜੇ ਸਾਲ ਦੀ ਹੈ, ਜਿਹੜੀ 11 ਸੈਮੀ ਐਵਰੇਜ ਆਈ ਹੈ, ਠੀਕ ਹੈ, ਉਹ ਐਵਰੇਜ ਕਿਹੜੇ ਕਿਹੜੇ ਸਾਲ ਦੀ ਹੈ, 2011 ਦੀ, 2012 ਦੀ, 2013 ਦੀ। ਤਾਂ 11 ਜਿਹੜਾ ਸਮ ਹੈ, ਇਹਦਾ ਜਿਹੜਾ ਮਿਡਲ ਟਰਮ ਹੈ, ਠੀਕ ਹੈ, ਉਹਦੇ ਸਾਹਮਣੇ ਮੈਂਸ਼ਨ ਕਰਾਂਗੇ 12 'ਤੇ। ਸੇਮ ਵੇ ਨਾਲ ਜਿਹੜੀ 15 ਸੈਮੀ ਐਵਰੇਜ ਆਈ ਹੈ ਆਪਣੇ ਕੋਲ, 3 ਈਅਰਲੀ ਸੈਮੀ ਐਵਰੇਜ ਆਈ ਹੈ, ਠੀਕ ਹੈ, ਉਹ ਕਿਹੜੇ ਕਿਹੜੇ ਸਾਲ ਨੂੰ ਐਡ ਕਰਕੇ ਆਈ ਹੈ, 2014, 2015, 2016। ਜੇ ਇਹਨੂੰ ਗ੍ਰਾਫ 'ਤੇ ਪਲਾਟ ਕਰਨਾ ਹੋਵੇ ਤਾਂ 15 ਵਾਲੀ ਫਿਗਰ ਕਿਹਦੇ ਸਾਹਮਣੇ ਪਲਾਟ ਹੋਏਗੀ, ਜਿਹੜੀ ਮਿਡਲ ਵੈਲਿਊ ਹੈ ਇਸ ਤਿੰਨਾਂ ਈਅਰਸ 'ਚੋਂ, ਠੀਕ ਹੈ, ਮਿਡਲ ਵੈਲਿਊ ਕਿਹੜੀ ਹੈ, 16, ਠੀਕ ਹੈ, 16 ਹੀ ਹੈ, 1 2 3 15 15 16 ਵੈਲਿਊ 15, ਹਾਂ 14 15 16, ਸੋ 15 ਦੇ ਸਾਹਮਣੇ ਮੈਂਸ਼ਨ ਕਰਾਂਗੇ। ਠੀਕ ਹੈ, ਸਮਝ ਗਏ ਵੀ ਜੇ ਗ੍ਰਾਫ 'ਤੇ ਪਲਾਟ ਕਰਨੀਆਂ ਨੇ ਤਾਂ ਜਿਹੜੀ ਸੈਮੀ ਐਵਰੇਜ ਹੈ ਉਹ ਕਿਹੜੀ ਟਾਈਮ ਦੇ ਸਾਹਮਣੇ ਪਲਾਟ ਹੋਏਗੀ, ਜਿਹੜਾ ਟਾਈਮ ਉਹਦਾ ਐਵਰੇਜ ਹੈ ਉਹਦੇ ਸੈਂਟਰ 'ਚ ਆਉਂਦਾ, ਠੀਕ ਹੈ, ਉੱਥੇ ਪਲਾਟ ਹੋਏਗੀ। चलो नेक्स्ट देखो राजे, नैक्सट ਆਪਾਂ ਈਵਨ ਨੰਬਰਸ ਕਰ ਲਏ, ਠੀਕ ਹੈ, ਉਹ ਈਵਨ ਨੰਬਰਸ ਤੋਂ ਬਾਅਦ ਹੁਣ ਆਪਾਂ ਕਰਾਂਗੇ ਔਡ ਨੰਬਰਸ। ਠੀਕ ਹੈ, ਜੇ ਔਡ ਨੰਬਰਸ ਦਿੱਤੇ ਹਨ, ਕਿੱਧਰ ਗਿਆ ਔਡ, ਠੀਕ ਹੈ, ਜੇ ਔਡ ਵੈਲਿਊਜ਼ ਦਿੱਤੀਆਂ ਹੁਣ ਔਡ ਵੈਲਿਊਜ਼ ਕਿਵੇਂ ਫਾਈਂਡ ਆਊਟ ਹੁੰਦੀਆਂ ਨੇ, ਔਡ ਵੈਲਿਊਜ਼ ਕਿਵੇਂ ਕੈਲਕੂਲੇਟ ਕਰਾਂਗੇ, ਹੁਣ ਔਡ ਵੈਲਿਊਜ਼ ਨਹੀਂ ਸੌਰੀ ਔਡ ਨੰਬਰ ਸੀਰੀਜ਼। ਠੀਕ ਹੈ, ਔਡ ਨੰਬਰ ਸੀਰੀਜ਼ ਕਿਹੜੀਆਂ ਹੁੰਦੀਆਂ ਰਾਜੇ, ਜਿਹਦੇ ਵਿੱਚ ਜਿਹੜਾ ਟਾਈਮ ਪੀਰੀਅਡ ਹੈ, ਠੀਕ ਹੈ, ਜਿਹੜਾ ਈਅਰ ਮੰਥ ਜਾਂ ਡੇਜ਼ ਗਿਵਨ ਨੇ ਉਹਨਾਂ ਉਹ ਗਿਵਨ ਹੋਣ ਔਡ ਨੰਬਰਸ ਵਿੱਚ। ਠੀਕ ਹੈ, ਜਿਵੇਂ ਇਹਦੇ ਥੱਲੇ ਐਗਜ਼ਾਮਪਲ ਦੇਖੋ, ਇਹ ਕਿਹੜੇ ਕਿਹੜੇ ਈਅਰ ਗਿਵਨ ਨੇ, 2010 ਤੋਂ ਲੈ ਕੇ 2016 ਤੱਕ। ਠੀਕ ਹੈ, ਸੋ 2010 ਤੋਂ ਲੈ ਕੇ 2016 ਵਿੱਚ ਕਿੰਨੇ ਸਾਲ ਹੋ ਗਏ, 7 ਸਾਲ ਹੋ ਗਏ, ਹੈ ਨਾ। ਅਤੇ ਹੁਣ 7 ਕੀ ਹੈ, ਔਡ ਵੈਲਿਊ ਹੈ। ਔਡ ਵੈਲਿਊ ਨੂੰ ਹੁਣ ਜੇ ਆਪਾਂ 2 ਇਕੁਅਲ ਪਾਰਟਸ 'ਚ ਡਿਵਾਈਡ ਕਰਨਾ ਹੈ ਤਾਂ ਪੋਸੀਬਲ ਹੈ, ਉਹ ਪੋਸੀਬਲ ਨਹੀਂ ਹੈ ਨਾ। ਜਾਂ ਤਾਂ ਇੱਕ ਵਿੱਚ 4 ਵੈਲਿਊਜ਼ ਆਉਣਗੀਆਂ, ਇੱਕ ਵਿੱਚ 3 ਵੈਲਿਊਜ਼ ਆਉਣਗੀਆਂ। ਠੀਕ ਹੈ, ਸੋ ਇਹਦੇ ਲਈ ਕੀ ਕੀਤਾ ਜਾਂਦਾ ਰਾਜੇ, ਇਹਦੇ ਲਈ ਜਿਹੜੀ ਮਿਡ ਈਅਰ ਹੁੰਦਾ ਹੈ, ਠੀਕ ਹੈ, ਜਿਹੜੀ ਔਡ ਸੀਰੀਜ਼ ਵਿੱਚ ਮਿਡਲ ਪਾਰਟ ਹੁੰਦਾ, ਮਿਡਲ ਈਅਰ ਜਾਂ ਮਿਡਲ ਮੰਥ ਜਾਂ ਜਿਵੇਂ ਵੀ ਕੁਐਸਚਨ ਗਿਵਨ ਹੈ, ਠੀਕ ਹੈ, ਉਹਦਾ ਜਿਹੜਾ ਮਿਡ ਵੈਲਿਊ ਹੁੰਦਾ ਉਹਨੂੰ ਓਮਿਟ ਕਰ ਦਿੱਤਾ ਜਾਂਦਾ ਜਾਂ ਉਹਨੂੰ ਐਡਿਟ ਕਰ ਦਿੱਤਾ ਜਾਂਦਾ ਜਾਂ ਉਹਨੂੰ ਕੰਸੀਡਰ ਨਹੀਂ ਕੀਤਾ ਜਾਂਦਾ। ਠੀਕ ਹੈ, ਉਹ ਜਿਹੜੀ ਮਿਡਲ ਵੈਲਿਊ ਤੋਂ ਉੱਪਰ ਵਾਲਾ ਪਾਰਟ ਹੁੰਦਾ ਉਹਦੀ ਇੱਕ ਐਵਰੇਜ ਕੱਢ ਲਿੱਤੀ ਜਾਂਦੀ ਹੈ, ਉਹਦੇ ਤੋਂ ਨੀਚੇ ਵਾਲਾ ਜਿਹੜਾ ਦੂਜਾ ਪਾਰਟ ਹੁੰਦਾ ਉਹਦੀ ਅਲੱਗ ਐਵਰੇਜ ਕੱਢ ਦਿੱਤੀ ਜਾਂਦੀ ਹੈ। ਠੀਕ ਹੈ, ਕਹਿਣ ਦਾ ਕੀ ਮਤਲਬ ਹੈ ਕਿ ਜੇ ਔਡ ਨੰਬਰਸ ਵੀ ਹੈ ਸੀਰੀਜ਼ ਵਿੱਚ ਤਾਂ ਉਹਨਾਂ 'ਚ ਵੀ ਕੀ ਹੈ ਕਿ ਤੁਸੀਂ ਡਾਟਾ ਕਿੱਦਾਂ ਕੈਲਕੂਲੇਟ ਕਰਨਾ, 2 ਇਕੁਅਲ ਪਾਰਟਸ 'ਚ ਡਿਵਾਈਡ ਕਰਕੇ ਹੀ ਕਰਨਾ। ਠੀਕ ਹੈ, ਉਹਦੇ ਲਈ ਫਿਰ ਭਾਵੇਂ ਤੁਹਾਨੂੰ ਇੱਕ ਵੈਲਿਊ ਓਮਿਟ ਵੀ ਕਰਨੀ ਪੈ ਜਾਵੇ, ਛੱਡਣੀ ਵੀ ਪੈ ਜਾਵੇ। ਠੀਕ ਹੈ, ਹੁਣ ਜਿਵੇਂ ਕੁਐਸਚਨ ਦੇ 'ਚ ਦੇਖੋ ਤੁਸੀਂ, ਇੱਥੇ ਵਿੱਚ ਆਪਾਂ ਨੂੰ 10 ਤੋਂ 16 ਤੱਕ ਡਾਟਾ ਗਿਵਨ ਹੈ।
ठीक है। मिडल ईयर किहड़ा बनदा इत्थे 2013। सो 2013 ਨੂੰ ਆਪਾਂ ਕੰਸੀਡਰ ਨਹੀਂ ਕਰਾਂਗੇ। 2013 ਤੋਂ ਪਹਿਲਾਂ ਕਿੰਨੇ ਸਾਲ ਨੇ 3, 2013 ਤੋਂ ਬਾਅਦ ਵੀ ਕਿੰਨੇ ਸਾਲ ਨੇ 3। ਸੋ ਜਿਹੜੇ ਪਹਿਲੇ 3 ਸਾਲ ਨੇ ਉਹਨਾਂ ਦਾ ਐਵਰੇਜ ਕੱਢ ਲਾਂਗੇ। ਇੱਕ ਮਿੰਟ ਵਿੱਚ, ਠੀਕ ਹੈ। ਤੇ ਜਿਹੜੇ ਪਿਛਲੇ 3 ਨੇ ਉਹਨਾਂ ਦਾ ਐਵਰੇਜ ਕੱਢ ਲਾਂਗੇ, ਹੈ ਨਾ। ਹੁਣ ਐਵਰੇਜ ਕਿੰਨਾ ਦਾ ਕੱਢਾਂਗੇ ਸੇਲਸ ਦਾ, ਠੀਕ ਹੈ। ਈਅਰ ਦੇ ਨੈਕਸਟ ਡਾਟਾ ਕਿਹਦਾ ਗਿਵਨ ਹੈ ਸੇਲਸ ਦਾ। ਸੋ ਸੇਲਸ ਦਾ ਐਵਰੇਜ ਕੱਢਾਂਗੇ। ਸੋ ਪਹਿਲੀ ਦੀ ਸੇਲ ਦੀ ਐਵਰੇਜ ਕੀ ਆਏਗੀ पहले दी एवरेज की आएगी, ठीक है 51 + 54 + 57, ठीक है। इन्हों ऐड कर देंगे कितना आ जाएगा 162। इनू डिवाइड कर देंगे किन्ने सीरीज़ लिती 3 साल का डाटा लिता ना। सो 3 नाल डिवाइड कर देंगे कि आ जाएगा 54, ठीक है। दैन नैक्सट देखो, नैक्सट अपने को वैल्यूज़ आ जांदियां 54 + 58 + 56 पिछले 3 सालों दियां, ठीक है। इन्हों ऐड करांगे कितना आ जाएगा 168, ठीक है। तो 168 जिहड़ा आ गया इनू डिवाइड कर देंगे 3 नाल नंबर ऑफ ईयर्स, ठीक है, जिन्होंने ऐड करके वैल्यू आई है 3 नाल, वो कितना आ जाएगा 56, है ना। हुण देखो राजे इजा जे तुसी ग्राफ बनाना होवे तो किवें बनू देखो ਇਹਦੇ ਵਿੱਚ ਕੀ ਹੈ 10 ਤੋਂ 16 ਤੱਕ, ठीक है। ਆਪਾਂ ਨੂੰ ਡਾਟਾ ਗਿਵਨ ਹੈ, ठीक है। ਜਿਵੇਂ ਜਿਵੇਂ ਸੇਲਸ ਗਿਵਨ ਹੈ ਕੁਐਸਚਨ ਵਿੱਚ ਪਹਿਲਾਂ ਤਾਂ ਇਹਨਾਂ ਨੇ ਉੱਦਾਂ ਪਲਾਟ ਕਰ ਲੀਆਂ, ठीक है। तो फ्री हैंड कर्व ड्रॉ करता 51 to 54, 54 to 57, 57 to 55, 55 to 54, then 58, then 56, ठीक है। सेम जिमें क्वेश्चन च गिवन है। नैक्सट इन्होंने की किया इत्थे देखो इन्हों को वैल्यूज़ की आईयां हुई हैं। पहली एवरेज जी सैमी एवरेज आई सी कितनी आई सी 54, दूजी सैमी एवरेज आई सी 56, ठीक है। सो हुण 54 ते 56 की जिहड़ी लाइन है ਜਿਹੜੇ ਪੁਆਇੰਟ ਹੈ ਉਹਨਾਂ ਨੂੰ ਜੁਆਇਨ ਕਰਤਾ, ठीक है। तो ये ਜਿਹੜੀ स्ट्रेट लाइन बनी है ये की है ट्रेंड लाइन, ठीक है। ਜਿਹੜੀ स्ट्रेट लाइन है इनू ਆਪਾਂ किहदा नाम देवांगे ट्रेंड लाइन। आ ਜਿਹੜੀ ਉੱਪਰ नीचे हो रही है ये ਕਿਹੜੀ वैल्यू ये ਕਿਹੜੀ लाइन है एक्चुअल डाटा ਦੀ लाइन है, ठीक है। इस तो पहला ਜਿਹੜਾ ਆਪਾਂ मैथड ਕੀਤਾ ਸੀਗਾ ਉਹਦੇ ਵਿੱਚ ਆਪਾਂ ट्रेंड लाइन किहदे बेस ਤੇ ਬਣਾਈ ਸੀਗੀ अपने पर्सनल जजमेंट ਦੇ बेस ਤੇ, है ना। पर ये आप जी स्ट्रेट लाइन बना रहे हो कि 2 पॉइंट्स में जॉइन करके बना रहे हैं जोड़े इतने सैमी वेरीएब वो तो आए हैं सैमी एवरेज तो आए हैं, ठीक है। इन्ना पता लग गया, ये तो सौखा ही है ना, कुछ ज़्यादा नहीं गया, बस ऐड करके डिवाइड करके एवरेज ही कढ़नी है। तो ये देखना भी डाटा तुसी 2 इक्वल पार्ट्स च डिवाइड कर रहे हो, जे तो ईवन है फिर तो कोई टेंशन ही नहीं, है ना, अद्धा अद्धा आप ही हो जाऊगा, वो 2 नाल डिवाइड कर देंगे। बस ये देखना भी हाँ किन्नियां वैल्यूज़ एक विच आउणगियां। जे ऑड है तो जिहड़ी सेंट्रल वैल्यू होएगी उन्होंने तुसी इग्नोर कर देना, उस तो पहला वालियां वैल्यूज़ का एक डाटा बन जाऊगा, एक सैट बन जाएगा, उस तो बाद वालियां वैल्यूज़ का एक सैट बन जाएगा, ठीक है। दैन नैक्सट देखो राजे ये ना एक YC का पॉइंट होंगे, ठीक है। मोस्टली क्वेश्चन में तुहानूं ये पूछा जाऊगा भी YC कैलकुलेट करो जो फाइनल एग्जाम में आया, तो हुण YC देखो किवें कैलकुलेट होएगा। YC जिहड़ा हुंदा इनू आपां की कहने आ ट्रेंड वैल्यूज़, ठीक है। देखो लिखा ना इन दिस मैथड द ट्रेंड वैल्यूज़ या YC कैन बी कंप्यूटेड फ्रॉम द
ਐਨੂਅਲ ਚੇਂਜ, ਠੀਕ ਹੈ। ਕਿਹਦੇ ਨਾਲ ਫਾਈਂਡ ਆਊਟ ਹੁੰਦਾ ਕਿ ਐਨੂਅਲ ਚੇਂਜ ਕਿੰਨਾ ਹੋਇਆ ਇੱਕ ਟਾਈਮ ਸੀਰੀਜ਼ ਤੋਂ ਲੈ ਕੇ ਦੂਜੀ ਟਾਈਮ ਸੀਰੀਜ਼ ਤੱਕ ਕਿੰਨਾ ਚੇਂਜ ਹੋਇਆ, ਠੀਕ ਹੈ। ਐਨੂਅਲ ਚੇਂਜ ਇਜ਼ ਕੈਲਕੂਲੇਟਿਡ ਐਜ਼, ਹੁਣ ਐਨੂਅਲ ਚੇਂਜ ਕਿਵੇਂ ਕੈਲਕੂਲੇਟ ਕੀਤਾ ਜਾਂਦਾ, ਡਿਫਰੈਂਸ ਆਫ ਸੈਮੀ ਐਵਰੇਜ ਵੈਲਿਊਜ਼, ਠੀਕ ਹੈ। ਕਾਹਦਾ ਡਿਫਰੈਂਸ ਲੈਣਾ, ਸੈਮੀ ਐਵਰੇਜ ਵੈਲਿਊਜ਼, ਠੀਕ ਹੈ। ਜਿਵੇਂ ਇੱਥੇ ਦੇਖੋ ਕੁਐਸਚਨ 'ਚ ਆਪਣੇ ਕੋਲ ਪਹਿਲੀ ਸੈਮੀ ਐਵਰੇਜ ਵੈਲਿਊ ਕਿੰਨੀ ਹੈ 54, ਦੂਜੀ ਕਿੰਨੀ ਹੈ 56, ਠੀਕ ਹੈ। ਇਹਨਾਂ ਦਾ ਡਿਫਰੈਂਸ ਲਵਾਂਗੇ 56 ਮਾਈਨਸ 54, ਡਿਫਰੈਂਸ ਲਵਾਂਗੇ ਮਤਲਬ ਮਾਈਨਸ, ਠੀਕ ਹੈ। ਡਿਫਰੈਂਸ 56 ਮਾਈਨਸ 54, ਉਹਨੂੰ ਡਿਵਾਈਡ ਕਿਹਦੇ ਨਾਲ ਕਰਨਾ ਹੈ, ਡਿਫਰੈਂਸ ਆਫ 2 ਈਅਰਸ ਟੂ ਵਿਚ ਸੈਮੀ ਐਵਰੇਜ ਵੈਲਿਊਜ਼ ਬਿਲੋਂਗ, ਠੀਕ ਹੈ। ਡਿਫਰੈਂਸ ਆਫ 2 ਈਅਰਸ ਟੂ ਵਿਚ ਸੈਮੀ ਐਵਰੇਜ ਵੈਲਿਊਜ਼ ਬਿਲੋਂਗ, ਠੀਕ ਹੈ। ਹੁਣ ਆਪਾਂ ਨੂੰ ਇਹ ਕਿਵੇਂ ਪਤਾ ਲੱਗੇਗਾ ਵੀ ਹਾਂ ਕਿਹੜੀਆਂ ਵੈਲਿਊਜ਼ ਨੂੰ ਬਿਲੋਂਗ ਕਰਦੇ ਨੇ ਇਹ, ਠੀਕ ਹੈ। ਇਹ ਪਤਾ ਲੱਗੇਗਾ ਰਾਜੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਜੇ ਹੁਣ ਸਪੋਜ਼ ਕਰੋ ਆ 54 ਆਇਆ, ਠੀਕ ਹੈ। 54 ਇੱਕ ਮਿੰਟ ਰਾਜੇ, ਇੱਕ ਮਿੰਟ, ਇਹ 54 ਕਿਹਨੂੰ ਕੈਲਕੂਲੇਟ ਕਰਕੇ ਆਇਆ ਸੀ, ਕਿਹੜੇ ਈਅਰ ਨੂੰ, 2010, 2011 ਅਤੇ 2012 ਨੂੰ, ਠੀਕ ਹੈ। ਸੋ 3 ਸਾਲਾਂ ਨੂੰ ਐਡ ਕਰਕੇ ਆਇਆ। ਹੁਣ ਇਹਨਾਂ 3 ਸਾਲਾਂ 'ਚ ਜਿਹੜੀ ਮਿਡਲ ਵੈਲਿਊ ਹੈ, ਠੀਕ ਹੈ, 10, 11, 12 'ਚੋਂ ਮਿਡਲ ਵੈਲਿਊ ਕਿਹੜੀ ਹੈ 11 ਵਾਲੀ। ਸੋ 54 ਕਿਹਦੇ ਸਾਹਮਣੇ ਆਏਗਾ 11 ਦੇ, ਠੀਕ ਹੈ। ਦੈਨ ਨੈਕਸਟ ਦੇਖੋ ਜਿਹੜਾ ਨੈਕਸਟ ਡਾਟਾ ਸੈੱਟ ਬਣਿਆ ਹੋਇਆ, ਜਿਹੜਾ 2 ਇਕੁਅਲ ਡਾਟਾ ਨੂੰ 2 ਇਕੁਅਲ ਪਾਰਟਸ 'ਚ ਡਿਵਾਈਡ ਕਰਨਾ ਸੀ ਨਾ, ਪਹਿਲੇ ਦੀ ਵੈਲਿਊ ਤਾਂ ਆ ਗਈ 11, ਠੀਕ ਹੈ। ਦੂਜੇ ਦੀ ਜਿਹੜੀ ਸੈਮੀ ਐਵਰੇਜ ਵੈਲਿਊ ਆਈ ਹੋਈ ਹੈ ਉਹ ਕਿੰਨੀ ਆਈ ਹੈ 56, ਠੀਕ ਹੈ। ਉਹ ਕਿਹਨੂੰ ਐਡ ਕਰਕੇ ਕਿਹਦਾ ਐਵਰੇਜ ਕੱਢ ਕੇ ਆਈ ਹੈ 2014 ਦੇ ਡਾਟਾ ਦਾ, 2015 ਅਤੇ 2016 ਦੇ ਡਾਟੇ ਦਾ, ਠੀਕ ਹੈ। ਹੁਣ 14, 15, 16 ਵਿੱਚ ਮਿਡਲ ਟਾਈਮ ਸੀਰੀਜ਼ ਕਿਹੜੀ ਹੈ, ਮਿਡਲ ਈਅਰ ਕਿਹੜਾ 15, ਠੀਕ ਹੈ। ਸੋ ਜਿਹੜੀ ਉਹ 56 ਵੈਲਿਊ ਉਹ ਕਿਹੜੀ ਹੈ 2015 ਦੀ, ਠੀਕ ਹੈ। ਬਸ ਮਿਡਲ ਵੈਲਿਊ ਪਿਕ ਕਰਨੀ ਹੈ ਤੁਸੀਂ, ਜਿਹੜਾ ਡਾਟਾ ਸੈੱਟ ਨੂੰ ਤੁਸੀਂ 2 ਇਕੁਅਲ ਪਾਰਟਸ 'ਚ ਡਿਵਾਈਡ ਕੀਤਾ ਨਾ, ਉਹਦਾ ਜਿਹੜਾ ਮਿਡਲ ਟਾਈਮ ਸੀਰੀਜ਼ ਹੋਏਗਾ, ਫਿਰ ਭਾਵੇਂ ਈਅਰ ਹੋਵੇ ਮੰਥ ਹੋਵੇ, ਠੀਕ ਹੈ, ਜਿਹੜੀ ਮਿਡਲ ਵੈਲਿਊ ਹੋਏਗੀ ਉਹ ਪਿਕ ਕਰਨੀ ਹੈ, ਠੀਕ ਹੈ। ਸੋ ਡਿਫਰੈਂਸ ਆਫ 2 ਈਅਰਸ ਟੂ ਵਿਚ ਸੈਮੀ ਵੇਰੀਏਬਲਸ ਬਿਲੋਂਗ, ਠੀਕ ਹੈ, ਕਿਹੜਾ ਹੋ ਜਾਏਗਾ 2015 ਅਤੇ 2011। ਹੁਣ ਆਪਾਂ 56 ਅੱਗੇ ਲਿਖਿਆ ਤਾਂ ਕਿਹੜਾ ਈਅਰ ਅੱਗੇ ਲਿਖਾਂਗੇ 15 ਵਾਲਾ, 54 ਪਿੱਛੇ ਲਿਖਿਆ ਤਾਂ ਕਿਹੜਾ ਈਅਰ ਪਿੱਛੇ ਲਿਖਾਂਗੇ 2011 ਵਾਲਾ, ਠੀਕ ਹੈ। ਹੁਣ ਇਹਨਾਂ ਨੂੰ ਜਦੋਂ ਆਪਾਂ ਸੋਲਵ ਕਰਾਂਗੇ ਕੀ ਆ ਜਾਏਗਾ 2/4, ਠੀਕ ਹੈ। ਤਾਂ ਇਹ 2/4 ਜਿਹੜਾ ਆ ਗਿਆ ਇਹਨੂੰ ਸੋਲਵ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਏਗਾ 0.5,